TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਅੱਜ ਦੇ ਪ੍ਰੋਗਰਾਮ ਦੌਰਾਨ ਜਿਹੜੀਆਂ ਖਬਰਾਂ ਵਿਚਾਰਾਂਗੇ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹਨਾਂ ਤੇ ਨਜ਼ਰ ਮਾਰੀਏ। ਆਓ ਯਾਦ ਕਰੀਏ, ਅਣਖੀ ਬੱਬਰ ਸ਼ੇਰ ਊਧਮ ਸਿੰਘ ਸੁਨਾਮ ਨੂੰ ਅੱਜ ਦੇ ਦਿਨ ਲਿਆ ਸੀ ਉਹਨਾਂ ਨੇ ਜੱਲਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ। ਆਡੀਓ ਕੈਸਟ ਦੇ ਖੋਜੀ ਦਾ ਦੇਹਾਂਤ, ਕਰੋਨਾ ਕਾਰਨ ਹਸਪਤਾਲ ਵਿੱਚ ਕੰਮ ਕਰਨ ਵਾਲੇ ਸਿਹਤ ਕਾਮੇ ਅਤੇ ਡਾਕਟਰ ਨੂੰ ਜਾਨ ਗਵਾਉਣ ਬਦਲੇ ਕੇਜਰੀਵਾਲ ਨੇ ਦਿੱਤੀ 1 ਕਰੋੜ ਦੀ ਮੁਆਵਜ਼ਾ ਰਾਸ਼ੀ। ਤਾਮਿਲਨਾਡੂ ਵਿੱਚ ਸਰਕਾਰ ਬਣ ਤੇ ਹਿੰਦੂ ਮੰਦਰਾਂ ਦੀ ਯਾਤਰਾ ਲਈ ਸਰਕਾਰ ਦੇਵੇਗੀ 25 ਹਜ਼ਾਰ ਰੁਪਏ। ਕੈਪਟਨ ਅਮਰਿੰਦਰ ਸਿੰਘ ਸਵਾਲਾਂ ਦੇ ਘੇਰੇ ਵਿੱਚ। ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਜ਼ਹਿਰੀਲਾ ਪ੍ਰਸ਼ਾਦ ਖਵਾ ਕੇ ਇੱਕ ਵਿਅਕਤੀ ਦੀ ਕੀਤੀ ਲੁੱਟ ਖੋਹ। ਸਿੰਘੂ ਸਰਹੱਦ ਤੇ ਮਕਾਨ ਬਣਾਉਣ ਵਾਲਿਆਂ ਦੇ ਖਿਲਾਫ ਮੁਕੱਦਮਾ ਦਰਜ। ਕਿਸਾਨੀ ਧਰਨੇ ਤੇ ਇੱਕ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਕਲ ਕੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼, ਹਾਲਤ ਗੰਭੀਰ। ਅਤੇ 2 ਕਿਸਾਨ ਆਗੂਆਂ ਦੀ ਕਿਸਾਨੀ ਸੰਘਰਸ਼ ਦੌਰਾਨ ਹੋਈ ਮੌਤ। ਦੋਸਤੋ, ਇਹਨਾਂ ਕੁਝ ਖਬਰਾਂ ਨੂੰ ਆਧਾਰ ਬਣਾ ਕੇ ਅੱਜ ਦੇ ਪ੍ਰੋਗਰਾਮ ਦੇ ਦੌਰਾਨ ਆਪਾਂ ਖੁੱਲ੍ਹ ਕੇ ਗੱਲਬਾਤ ਕਰਨੀ ਹੈ। ਇਸ ਤੋਂ ਪਹਿਲਾਂ ਕਿ ਇਕੱਲੀ ਖਬਰ ਦੀ ਗਹਿਰਾਈ ਦੇ ਨਾਲ ਜਾਂਚ ਪੜਤਾਲ ਕਰੀਏ, ਉਹਨਾਂ ਤੇ ਟਿੱਪਣੀਆਂ ਕਰੀਏ, ਉਸ ਤੋਂ ਪਹਿਲਾਂ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਜ਼ਰੂਰ ਔਨ ਕਰ ਲੈਣੀ, ਤਾਂ ਕਿ ਤੁਸੀਂ ਸਮੇਂ ਸਿਰ ਪ੍ਰੋਗਰਾਮ ਦੇ ਵਿੱਚ ਜੁੜ ਸਕੋ ਅਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਆਪਣੀ ਕੀਮਤੀ ਰਾਏ ਦੇ ਸਕੋ। ਤੇ ਇਹਦੇ ਨਾਲ ਹੀ ਇੱਕ ਹੋਰ ਜ਼ਰੂਰੀ ਬੇਨਤੀ, ਅੱਜ ਸਾਡੇ ਨਾਰਥ ਅਮਰੀਕਾ ਦੇ ਵਿੱਚ, ਕੈਨੇਡਾ ਵਿੱਚ ਵੀ ਸਮੇਂ ਦੀ ਤਬਦੀਲੀ ਹੋ ਜਾਣੀ ਹੈ। ਕੱਲ੍ਹ ਜਿਹੜਾ ਪ੍ਰੋਗਰਾਮ ਪੰਜਾਬ ਬੋਲਦਾ ਪੇਸ਼ ਕੀਤਾ ਜਾਏਗਾ, ਭਾਵ ਆਉਣ ਵਾਲਾ ਪ੍ਰੋਗਰਾਮ ਪੰਜਾਬ ਬੋਲਦਾ ਪੰਜਾਬ ਦੇ ਵਿੱਚ 8:30 ਵਜੇ ਰਾਤ ਦੀ ਬਜਾਏ ਉਹ 7:30 ਵਜੇ ਪ੍ਰਸਾਰਿਤ ਹੋਵੇਗਾ। ਇਸ ਗੱਲ ਦਾ ਉਚੇਚੇ ਤੌਰ ਤੇ ਖਿਆਲ ਰੱਖਣਾ ਤੇ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਆਪਾਂ ਖਬਰਾਂ ਵੱਲੋਂ ਹੋਈਏ। ਸਭ ਤੋਂ ਪਹਿਲਾਂ ਅੱਜ ਦੇ ਦਿਨ ਦੇ ਉੱਤੇ ਵਿਸ਼ੇਸ਼, ਕਿਉਂਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਇਤਿਹਾਸ ਦੇ ਵਰਕਿਆਂ ਤੋਂ ਗਲਤ ਅੱਖਰ ਵਾਂਗ ਸਾਫ਼ ਹੋ ਜਾਇਆ ਕਰਦੀਆਂ ਨੇ। ਕੋਈ ਸਮਾਂ ਸੀ ਜਦੋਂ ਭਾਰਤ, ਜਾਂ ਆਪਾਂ ਇਹ ਕਹੀਏ ਕਿ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀ, ਪਰ ਸਾਨੂੰ ਉਸਤਾਨਾਸ਼ਾਹੀ ਵਾਲੇ ਸ਼ਾਸਨ ਤੋਂ ਆਜ਼ਾਦ ਕਰਵਾਉਣ ਲਈ ਜਿਨ੍ਹਾਂ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ, ਉਹਨਾਂ ਨੂੰ ਮਨ 'ਚੋਂ ਵਿਸਾਰਨਾ ਨਹੀਂ ਚਾਹੀਦਾ। ਉਹਨਾਂ ਵਿੱਚੋਂ ਇੱਕ ਬੱਬਰ ਸ਼ੇਰ ਦਾ ਨਾਮ ਹੈ ਸ਼ਹੀਦ ਊਧਮ ਸਿੰਘ ਸੁਨਾਮ। ਊਧਮ ਸਿੰਘ ਹੋਰਾਂ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਸੀ। ਦਰਅਸਲ ਨਾਂ ਦਾ ਵੀ ਸ਼ੇਰ ਅਤੇ ਕੰਮ ਵੀ ਸ਼ੇਰਾਂ ਵਾਲੇ। ਇਸ ਮਹਾਨ ਕੌਮੀ ਸ਼ਹੀਦ ਦਾ ਜਨਮ 26 ਦਸੰਬਰ 1899 ਨੂੰ ਸੰਗਰੂਰ ਜ਼ਿਲ੍ਹੇ ਦੇ ਕਸਬਾ ਸੁਨਾਮ ਦੇ ਵਿੱਚ ਹੋਇਆ ਸੀ। ਪਿਤਾ ਦਾ ਨਾਮ ਟਹਿਲ ਸਿੰਘ। ਉਹਨਾਂ ਦੇ ਘਰ ਦੇ ਵਿੱਚ ਇਹਨਾਂ ਨੇ ਕਿਲਕਾਰੀ ਮਾਰੀ। ਉਹਨਾਂ ਦੇ ਪਿਤਾ ਜੀ ਪਿੰਡ ਉੱਪਲ ਵਿਖੇ ਰੇਲਵੇ ਫਾਟਕ ਤੇ ਚੌਕੀਦਾਰ ਹੋਇਆ ਕਰਦੇ ਸਨ। ਉਹਨਾਂ ਦੇ ਜੀਵਨ ਦੇ ਵਿੱਚ ਕਹਿਰ ਉਸ ਵਕਤ ਵਰਤਿਆ ਜਦੋਂ ਇਹਨਾਂ ਦੇ ਮਾਤਾ ਹਰਨਾਮ ਕੌਰ 1905 ਦੇ ਵਿੱਚ ਪਰਲੋਕ ਸਿਧਾਰ ਗਏ ਅਤੇ 2 ਸਾਲਾਂ ਤੋਂ ਬਾਅਦ 1907 ਦੇ ਵਿੱਚ ਇਹਨਾਂ ਦੇ ਪਿਤਾ ਜੀ ਦੀ ਵੀ ਮੌਤ ਹੋ ਗਈ, ਭਾਵ ਇਹ ਲਾਵਾਰਸ ਹੋ ਗਏ। ਜਦੋਂ ਇਹਨਾਂ ਦੀ ਉਮਰ 7 ਸਾਲ ਦੀ ਸੀ, ਉਹਨਾਂ ਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਉੱਠ ਚੁੱਕਿਆ ਸੀ, ਪਰ ਹਿੰਮਤ ਕਦੇ ਨਹੀਂ ਹਾਰੀ ਇਸ ਸੂਰਮੇ ਨੇ। 7 ਸਾਲ ਦੀ ਉਮਰ ਦੇ ਵਿੱਚ ਆਪਣੇ ਵੱਡੇ ਭਰਾ ਮੁਕਤਾ ਸਿੰਘ ਨਾਲ ਖਾਲਸਾ ਯਤੀਮਖਾਨਾ ਪੁਤਲੀਕਰ ਅੰਮ੍ਰਿਤਸਰ ਦੇ ਵਿੱਚ ਚਲੇ ਗਏ ਤੇ ਉਹਨਾਂ ਨੇ ਸਨ 1918 ਦੌਰਾਨ ਲਾਹੌਰ ਯੂਨੀਵਰਸਿਟੀ ਤੋਂ ਮੈਟ੍ਰਿਕ ਪਾਸ ਕੀਤੀ। ਉਹਨਾਂ ਪੜ੍ਹਾਈ ਦੇ ਨਾਲ ਦਸਤਕਾਰੀ ਵੀ ਸਿੱਖੀ। ਇਸੇ ਸਮੇਂ ਦੌਰਾਨ ਊਧਮ ਸਿੰਘ ਹੋਰਾਂ ਦਾ ਮੇਲ ਡਾਕਟਰ ਸੈਫੂਦੀਨ, ਮਾਸਟਰ ਮੋਤਾ ਸਿੰਘ, ਪੰਡਤ ਹਰੀਰਾਮ ਅਤੇ ਲਾਲਾ ਲਾਜਪਤ ਰਾਏ ਵਰਗੇ ਲੋਕਾਂ ਦੇ ਨਾਲ ਹੋਇਆ। ਪਰ ਮੰਦਭਾਗੀ ਘਟਨਾ ਫਿਰ ਇੱਕ ਵਾਰੀ ਊਧਮ ਸਿੰਘ ਸੁਨਾਮ ਹੋਰਾਂ ਦੇ ਜੀਵਨ ਦੇ ਵਿੱਚ ਵਾਪਰਦੀ ਹੈ, ਜਦੋਂ ਸਾਲ 1917 ਦਾ ਤੇ ਉਹਨਾਂ ਦੇ ਵੱਡੇ ਭਰਾ ਮੁਕਤਾ ਸਿੰਘ ਨੂੰ ਨਮੂਨੀਆ ਹੋਇਆ ਅਤੇ ਨਮੂਨੀਆ ਜਾਨਲੇਵਾ ਹੋਇਆ। ਇਕੱਲੀ ਕਰੀ ਜਾਨ ਰਹਿ ਗਈ ਹੈ। ਪਹਿਲਾਂ ਮਾਂ-ਬਾਪ ਦਾ ਸਾਇਆ ਉੱਠ ਚੁੱਕਿਆ, ਯਤੀਮ ਹੋ ਚੁੱਕੇ ਨੇ, ਹੁਣ ਬਾਂਹ ਭੱਜ ਗਈ ਹੈ, ਵੱਡੇ ਭਰਾ ਦੀ ਵੀ ਮੌਤ ਹੋ ਗਈ। ਇਸ ਦੁੱਖ ਨੇ ਊਧਮ ਸਿੰਘ ਹੋਰਾਂ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਫਿਰ ਇੱਕ ਸਵੇਰ ਹੋਰ ਆਈ ਜਿਹੜੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਟਰਨਿੰਗ ਪੁਆਇੰਟ ਹੈ, ਕੋਣੀ ਮੋੜ ਹੈ। 13 ਅਪ੍ਰੈਲ 1919 ਨੂੰ ਜੱਲਿਆਂਵਾਲੇ ਬਾਗ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਹੈ, ਜਿਨ੍ਹਾਂ ਨੂੰ ਊਧਮ ਸਿੰਘ ਅਤੇ ਉਹਨਾਂ ਦੇ ਸਾਥੀ ਉਸ ਵਕਤ ਪਾਣੀ ਪਿਲਾ ਰਹੇ ਸੀ। ਵਿਸਾਖੀ ਵਾਲੇ ਦਿਨ ਲੋਕ ਡਾਕਟਰ ਕਿਚਲੂ ਅਤੇ ਸਤਿਆਪਾਲ ਦੀ ਰਿਹਾਈ ਦੇ ਵਾਸਤੇ ਰੋਲਟ ਐਕਟ ਦੇ ਖਿਲਾਫ ਸ਼ਾਂਤਮਈ ਤਰੀਕੇ ਨਾਲ ਆਪਣਾ ਪ੍ਰਦਰਸ਼ਨ ਕਰ ਰਹੇ ਸਨ। ਉਸੇ ਸਮੇਂ
उस वक्त के गवर्नर माइकल ओडवायर ਅਤੇ ਬ੍ਰਿਗੇਡੀਅਰ ਜਨਰਲ ਡਾਇਰ ਨੇ ਆਪਣੇ ਸਿਪਾਹੀਆਂ ਨੂੰ ਸ਼ਾਮੀ ਲਗਭਗ 4 ਵਜੇ ਦੇ ਨੇੜੇ ਤੇੜ ਉਹ ਲਗਭਗ 20,000 ਦੀ ਗਿਣਤੀ ਦੇ ਵਿੱਚ ਲੋਕ ਦੱਸੇ ਜਾ ਰਹੇ ਨੇ ਉਹਨਾਂ ਦੇ ਉੱਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ। ਵੇਖਦੇ ਹੀ ਵੇਖਦੇ ਚਾਰ ਚਫੇਰੇ ਗੋਲੀਆਂ ਦੀ ਵਾਛੜ, ਜਿਸ ਕਾਰਨ ਬੱਚੇ, ਬੁੱਢੇ, ਜਵਾਨ, ਮਰਦ, ਔਰਤਾਂ ਸਭ ਉਹ ਗੋਲੀਆਂ ਦੀ ਭੇਂਟ ਚੜਨ ਲੱਗੇ। ਕਈਆਂ ਨੇ ਆਪਣਾ ਆਪ ਬਚਾਉਣ ਦੇ ਵਾਸਤੇ ਉਸ ਖੂਨੀ ਖੂਹ ਦੇ ਵਿੱਚ ਛਾਲਾਂ ਮਾਰ ਦਿੱਤੀਆਂ। 10 ਮਿੰਟ ਇਤਿਹਾਸ ਦੱਸਦਾ ਹੈ ਕਿ 10 ਮਿੰਟਾਂ ਦੇ ਵਿੱਚ 1650 ਗੋਲੀਆਂ ਚਲਾ ਦਿੱਤੀਆਂ ਗਈਆਂ। ਸਰਕਾਰੀ ਰਿਪੋਰਟ ਦੇ ਮੁਤਾਬਕ ਸ਼ਹੀਦ ਹੋਏ ਲੋਕਾਂ ਦੀ ਗਿਣਤੀ 1800 ਅਤੇ 1200 ਦੇ ਲਗਭਗ ਲੋਕ ਜ਼ਖਮੀ ਹੋ ਗਏ। ਇਸ ਘਟਨਾ ਨੇ ਊਧਮ ਸਿੰਘ ਹੋਰਾਂ ਦੇ ਮਨ ਦੇ ਉੱਤੇ ਗਹਿਰਾ ਪ੍ਰਭਾਵ ਪਾਇਆ ਅਤੇ ਉਹਨਾਂ ਨੇ ਜਨਰਲ ਡਾਇਰ ਤੋਂ ਬਦਲਾ ਲੈਣ ਦਾ ਪ੍ਰਣ ਉਸੇ ਵਕਤ ਕਰ ਲਿਆ। ਮਿੱਟੀ ਚੁੰਮ ਕੇ ਮੱਥੇ ਨਾਲ ਲਾ ਲਈ। ਸਨ 1924 ਦੇ ਵਿੱਚ ਉਹ ਸੈਨ ਫਰਾਂਸਿਸਕੋ ਦੇ ਵਿੱਚ ਗਦਰ ਪਾਰਟੀ ਦੇ ਮੈਂਬਰ ਬਣੇ। 13 ਅਪ੍ਰੈਲ 1927 ਦੀ ਸ਼ਾਮ ਜਦੋਂ ਉਹਨਾਂ ਨੇ ਪੰਜਾਬ ਵਾਪਸੀ ਕੀਤੀ ਤਾਂ ਅੰਮ੍ਰਿਤਸਰ ਪੁਲਿਸ ਨੇ ਉਹਨਾਂ ਨੂੰ ਗਦਰ ਲਹਿਰ ਨਾਲ ਸੰਬੰਧਿਤ ਸਾਹਿਤ ਅਤੇ ਕੁਝ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ ਕੀਤਾ। 1 ਅਕਤੂਬਰ 1927 ਨੂੰ ਉਹਨਾਂ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ। ਇਸ ਸਜ਼ਾ ਦੇ ਦੌਰਾਨ ਉਹ ਰਾਵਲਪਿੰਡੀ ਗਏ, ਮੁਲਤਾਨ ਗਏ, ਲਾਹੌਰ ਅਤੇ ਮੀਆਂਵਾਲੀ ਆਦਿ ਜੇਲ੍ਹਾਂ ਦੇ ਵਿੱਚ ਭੇਜੇ ਗਏ। ਇਹਨਾਂ ਦਿਨਾਂ ਦੇ ਵਿੱਚ ਜੇਲ੍ਹ ਅੰਦਰ ਕੋਲੂ ਗੇੜਨ ਦਾ ਕੰਮ ਕਰਦੇ ਰਹੇ। ਦਰੀਆਂ ਬੁਣਨ ਦਾ ਉਹਨਾਂ ਤੋਂ ਕੰਮ ਲਿਆ ਜਾਂਦਾ ਰਿਹਾ। ਸਜ਼ਾ ਭੁਗਤਣ ਦੇ ਸਮੇਂ ਇੱਕ ਚੰਗਾ ਕੰਮ ਇਹ ਹੋਇਆ ਕਿ ਉਹਨਾਂ ਦਾ ਮੇਲ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਵਰਗੇ ਕ੍ਰਾਂਤੀਕਾਰੀਆਂ ਨਾਲ ਹੁੰਦਾ ਹੈ। ਜਦੋਂ ਉਹਨਾਂ ਦੇ ਸੰਪਰਕ ਵਿੱਚ ਆਇਆ ਤੇ ਕਰੰਟ ਹੋਰ ਫੜ ਲਿਆ ਸਰੀਰ ਨੇ ਤੇ ਆਪਣੇ ਇਰਾਦੇ ਹੋਰ ਮਜ਼ਬੂਤ ਤੇ ਦ੍ਰਿੜ ਕਰ ਲਏ। ਇਹਨਾਂ ਨੇ ਆਪਣੇ ਸੰਕਲਪ ਨੂੰ ਫਿਰ ਪੂਰਾ ਕਰਨ ਦੇ ਵਾਸਤੇ ਦਿਨ ਰਾਤ ਇੱਕ ਕਰ ਦਿੱਤਾ। 23 ਅਕਤੂਬਰ 1931 ਨੂੰ ਉਹਨਾਂ ਨੂੰ ਰਿਹਾਈ ਦਾ ਹੁਕਮ ਸੁਣਾ ਦਿੱਤਾ ਗਿਆ। 1933 ਨੂੰ ਉਹਨਾਂ ਦੀ ਮੁਲਾਕਾਤ ਸੁਭਾਸ਼ ਚੰਦਰ ਬੋਸ ਨਾਲ ਹੋਈ। ਇਸੇ ਸਾਲ ਉਹ ਮਾਈਕਲ ਓਡਵਾਇਰ ਦਾ ਪਿੱਛਾ ਕਰਦੇ ਕਰਦੇ ਇੱਕ ਪਾਸਪੋਰਟ ਬਣਵਾਉਂਦੇ ਹੈ ਤੇ ਪਾਸਪੋਰਟ ਜਾਲੀ ਦੱਸਿਆ ਜਾਂਦਾ ਹੈ, ਬਣਵਾ ਕੇ ਲੰਡਨ ਪਹੁੰਚ ਜਾਂਦੇ ਹੈ। ਇਸੇ ਦੌਰਾਨ ਉਹਨਾਂ ਨੇ ਕਈ ਭੇਸ ਵੱਖੋ ਵੱਖ ਸਮਿਆਂ ਤੇ ਵਟਾਏ। ਕਦੇ ਊਧਮ ਸਿੰਘ ਬਣੇ, ਕਦੇ ਆਜ਼ਾਦ ਮੁਹੰਮਦ ਬਣੇ, ਕਦੇ ਰਾਮ ਮੁਹੰਮਦ ਬਣੇ, ਕਦੇ ਸ਼ਿਬਦੂ ਸਿੰਘ ਬਣੇ। ਵੱਖ-ਵੱਖ ਨਾਮਾਂ ਦੇ ਉੱਤੇ ਵੱਖ-ਵੱਖ ਭੇਸ ਦੇ ਵਿੱਚ ਉਹ ਵਿਚਰਦੇ ਰਹੇ ਤੇ ਫਿਰ ਸਮਾਂ ਆਉਂਦਾ ਹੈ ਅੱਜ ਦੀ ਤਰੀਕ 13 ਮਾਰਚ ਦਾ। 13 ਮਾਰਚ ਤੇ 1940 ਨੂੰ ਜਦੋਂ ਮਾਈਕਲ ਓਡਵਾਇਰ ਲੰਡਨ ਦੇ ਕੈਕਸਟਨ ਸਟਰੀਟ ਤੇ ਟਿਊਡਰ ਰੂਮ ਦੇ ਵਿੱਚ ਹੋ ਰਹੀ ਇੱਕ ਮੀਟਿੰਗ ਦੇ ਵਿੱਚ ਪੁੱਜਦਾ ਹੈ ਤਾਂ ਫਿਰ ਊਧਮ ਸਿੰਘ ਇੱਕ ਕਿਤਾਬ, ਇੱਕ ਬੁੱਕ, ਇੱਕ ਪੁਸਤਕ ਆਪਣੇ ਹੱਥ ਵਿੱਚ ਫੜ ਕੇ ਉਹਦੇ ਵਿੱਚ ਰਿਵਾਲਵਰ ਲੁਕੋ ਕੇ ਉਸੇ ਮੀਟਿੰਗ ਵਿੱਚ ਜਾਂਦੇ ਹੈ। ਜਿਉਂ ਹੀ ਮਾਈਕਲ ਓਡਵਾਇਰ ਸਟੇਜ ਤੇ ਭਾਸ਼ਣ ਦੇਣ ਲਈ ਆਇਆ ਤਾਂ ਊਧਮ ਸਿੰਘ ਸੁਨਾਮ ਇੱਕ ਭੁੱਖੇ ਸ਼ੇਰ ਦੀ ਤਰ੍ਹਾਂ ਉੱਠੇ, ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾਇਆ, ਆਪਣੀ ਕਿਤਾਬ ਖੋਲੀ, ਵਿੱਚੋਂ ਰਿਵਾਲਵਰ ਕੱਢਿਆ, ਗੋਲੀਆਂ ਠਾ ਵਰਾ ਦਿੱਤੀਆਂ ਤੇ ਉਸ ਪਾਪੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਆਖਰਕਾਰ ਉਹਨਾਂ ਨੇ ਜੱਲਿਆਂਵਾਲੇ ਬਾਗ ਦੇ ਉਸ ਖੂਨੀ ਸਾਕੇ ਦਾ ਬਦਲਾ, ਜਿਹਨੂੰ ਅੱਖੀਂ ਤੱਕਿਆ ਸੀ, ਆਪਣੇ ਹੱਥੀਂ ਲੈ ਲਿਆ ਤੇ ਕਈ ਲੋਕ ਉੱਥੇ ਜ਼ਖਮੀ ਵੀ ਹੋਏ। ਊਧਮ ਸਿੰਘ ਸੁਨਾਮ ਇਹ ਸੂਰਮਾ ਉੱਥੋਂ ਭੱਜਿਆ ਨਹੀਂ, ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਅਤੇ ਉੱਥੋਂ ਦੀ ਇੱਕ ਜੇਲ੍ਹ ਦੇ ਵਿੱਚ ਭੇਜਿਆ ਗਿਆ। 21 ਅਤੇ 22 ਮਾਰਚ ਨੂੰ ਉਹਨਾਂ ਦਾ ਕੇਸ ਓਲਡ ਬੈਲੇ ਦੀ ਕ੍ਰਿਮੀਨਲ ਕੇਸ ਵਿੱਚ ਤਬਦੀਲ ਕਰ ਦਿੱਤਾ ਗਿਆ। ਉੱਥੇ ਹੀ ਉਹਨਾਂ ਤੇ ਮੁਕੱਦਮਾ ਚੱਲਿਆ। ਊਧਮ ਸਿੰਘ ਹੋਰਾਂ ਦਾ ਮਕਸਦ ਸਿਰਫ ਜੱਲਿਆਂਵਾਲੇ ਬਾਗ ਦਾ ਬਦਲਾ ਲੈਣਾ ਹੀ ਨਹੀਂ ਸੀ, ਸਗੋਂ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣਾ ਵੀ ਸੀ। ਅਦਾਲਤ ਵਿੱਚ ਕਾਰਵਾਈ ਚੱਲੀ। ਕੁਝ ਲੋਕਾਂ ਨੇ ਉਹਨਾਂ ਨੂੰ ਰਿਹਾ ਕਰਵਾਉਣ ਦੇ ਵਾਸਤੇ ਫੰਡਿੰਗ ਇਕੱਠੀ ਕਰਨੀ ਸ਼ੁਰੂ ਕੀਤੀ। ਜਦੋਂ ਕੰਨੀ ਖਬਰ ਪਈ ਉਹ ਕਹਿੰਦੇ ਨਹੀਂ, ਮੈਂ ਇਕਬਾਲੀਆ ਜ਼ੁਰਮ ਕਰ ਲਿਆ, ਮੈਂ ਉਸ ਪਾਪੀ ਨੂੰ ਉਹਦੇ ਕੀਤੇ ਦੀ ਸਜ਼ਾ ਦੇ ਦਿੱਤੀ ਹੈ, ਮੈਂ ਫਾਂਸੀ ਦੇ ਰੱਸੇ ਤੇ ਚੜ੍ਹ ਸਕਦਾ ਹਾਂ ਪਰ ਆਪਣੇ ਦਿੱਤੇ ਬਿਆਨ ਤੋਂ ਮੁੱਕਰ ਨਹੀਂ ਸਕਦਾ। ਜੇ ਤੁਸੀਂ ਇਹ ਫੰਡ ਇਕੱਠੇ ਕੀਤੇ ਹੈ, ਮੇਰੇ ਮੁਕੱਦਮੇ ਤੇ ਨਾ ਲਾਇਓ, ਕਿਉਂਕਿ ਮੈਂ ਮੁਕੱਦਮਾ ਹਾਰ ਵੀ ਜਾਣਾ, ਕਿਉਂਕਿ ਮੈਂ ਹੁਣ ਆਪਣੇ ਆਖੇ ਤੋਂ ਪਿੱਛੇ ਮੁੜ ਨਹੀਂ ਸਕਦਾ। ਮੈਂ ਜੋ ਕੰਮ ਕੀਤਾ ਹੈ ਮੈਂ ਇਸ ਤੋਂ ਮੁੱਕਰ ਨਹੀਂ ਸਕਦਾ। ਪਰ ਇੱਕ ਗੱਲ ਦਾ ਖਿਆਲ ਰੱਖਿਓ ਕਿ ਆ ਜਿਹੜੇ ਪੈਸੇ ਇਕੱਠੇ ਕੀਤੇ ਹੈ, ਇਹਨਾਂ ਪੈਸਿਆਂ ਦੇ ਨਾਲ ਮੇਰੀ ਕੌਮ ਦੇ ਬੱਚਿਆਂ ਨੂੰ ਪੜ੍ਹਾ ਦਿਓ। ਦੇਖੋ ਕਿ ਕਿਹੋ ਜੀ ਸੋਚ ਸੀ ਉਸ ਸੂਰਮੇ ਦੀ, ਉਸ ਯੋਧੇ ਦੀ। ਅਦਾਲਤੀ ਕਾਰਵਾਈ ਤੋਂ ਬਾਅਦ ਉੱਥੋਂ ਦੇ ਜੱਜ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ। ਆਖਰਕਾਰ 31 ਜੁਲਾਈ 1940 ਨੂੰ ਲੰਡਨ ਦੀ ਪੈਂਟਨਵਿਲ ਜੇਲ੍ਹ ਦੇ ਵਿੱਚ ਇਸ ਸੂਰਮੇ ਨੂੰ, ਇਸ ਬਹਾਦਰ ਨੂੰ ਸਵੇਰ ਦੇ 9:30 ਤੇ ਬੁੱਧਵਾਰ ਦਾ ਉਸ ਦਿਨ ਦੱਸਿਆ ਜਾਂਦਾ ਹੈ
ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਊਧਮ ਸਿੰਘ ਆਜ਼ਾਦੀ ਦਾ ਪਰਵਾਨਾ ਤਾਂ ਸੀ, ਜਵਾਨੀ ਦੇ ਵਿੱਚ ਸ਼ਹੀਦ ਹੋ ਗਿਆ, ਸਿਰਫ 40 ਵਰ੍ਹਿਆਂ ਦੀ ਉਮਰ ਸੀ। ਅਜਿਹੇ ਕ੍ਰਾਂਤੀਕਾਰੀ, ਇਹ ਬਹਾਦਰ ਦੇਸ਼ ਭਗਤ ਜਿੱਥੇ ਸਾਨੂੰ ਕੋਈ ਸੁਨੇਹਾ ਦਿੰਦੇ ਨੇ ਤੇ ਉੱਥੇ ਉਹਨਾਂ ਦੇ ਅੱਗੇ ਸਾਡਾ ਸਿਰ ਵੀ ਝੁਕਦਾ ਹੈ। ਤੇ ਅੱਜ ਦੇ ਦਿਨ ਤੇ ਉਚੇਚੇ ਤੌਰ ਤੇ ਅਦਾਰਾ TVN ਉਹਨਾਂ ਨੂੰ ਇੱਕ ਵਾਰੀ ਮਾਣ ਨਾਲ, ਸਤਿਕਾਰ ਨਾਲ ਯਾਦ ਵੀ ਕਰਦਾ ਹੈ ਤੇ ਉਹਨਾਂ ਦੀ ਉਸ ਕੁਰਬਾਨੀ ਦੇ ਅੱਗੇ ਆਪਣਾ ਸੀਸ ਵੀ ਝੁਕਾਉਂਦਾ ਹੈ। ਤੇ ਆਓ ਅਗਲੀ ਖਬਰ ਵੱਲ ਹੁਣ ਰੁਖ ਕਰਦੇ ਹਾਂ। ਆਡੀਓ ਕੈਸੇਟ ਬਣੀ। ਪਹਿਲਾਂ ਲੋਕ ਤਵੇ ਹੁੰਦੇ ਸੀ, ਸ਼ਾਇਦ ਬਹੁਤ ਸਾਰੇ ਲੋਕਾਂ ਨੇ ਪੱਥਰ ਦੇ ਤਵੇ ਵੀ ਦੇਖੇ ਹੋਣੇ ਆ। ਫਿਰ ਕਈਆਂ ਨੇ ਉਹ ਮੰਜੇ ਜੋੜ ਜਦੋਂ ਸਪੀਕਰ ਲੱਗਦੇ ਸੀ ਉਹ ਵੀ ਦੇਖੇ ਹੋਣਾ ਕਿ ਇੱਕ ਤਵਾ ਘੁੰਮਦਾ ਸੀ, ਕਈ ਵਾਰੀ ਸੂਈ ਫਸ ਜਾਂਦੀ ਸੀ। LP ਰਿਕਾਰਡ ਆਉਂਦੇ ਸੀ। ਉਹ ਸਮਾਂ ਬੀਤਿਆ। ਉਹਦੇ ਤੋਂ ਬਾਅਦ ਫਿਰ ਕਹਿੰਦੇ ਵੀ ਹੁਣ ਤਾਂ ਕ੍ਰਾਂਤੀ ਆ ਗਈ, ਆਡੀਓ ਕੈਸੇਟ ਆ ਗਈ। ਉਹਦੇ ਤੋਂ ਬਾਅਦ CD ਆ ਗਈ, CD ਵੀ ਚਲੇ ਗਈ। ਫਿਰ ਕਹਿੰਦੇ ਭਾਈ ਇੱਕ ਚਿੱਪ ਜੀ ਆ, ਉਹਦੇ 'ਚ ਭਰਾ ਲਓ 1000 ਗੀਤ, ਹੁਣ ਉਹ ਵੀ ਚਲਿਆ ਗਿਆ। ਹੁਣ ਤਾਂ ਸਿੱਧਾ ਫੋਨਾਂ 'ਤੇ ਹੀ ਕੰਮ ਆ ਗਿਆ, ਡਾਊਨਲੋਡ ਕਰੋ ਜਾਂ YouTube 'ਤੇ ਜਾਂ 20 ਹੋਰ ਧੰਦੇ ਆ ਜਿਨ੍ਹਾਂ ਦੇ ਨਾਲ ਲੋਕ ਜੁੜੇ ਆ ਤੇ ਉੱਥੋਂ ਆਪਣਾ ਗੀਤ ਸੰਗੀਤ ਸੁਣਦੇ ਆ। ਪਰ ਕ੍ਰਾਂਤੀਕਾਰੀ ਕੰਮ ਕੀਤਾ ਸੀ ਆਡੀਓ ਕੈਸੇਟ ਦੇ ਖੋਜੀ ਡੱਚ ਖੋਜੀ ਲਊ ਓਟੈਂਸ ਨੇ। ਉਹਨਾਂ ਦਾ ਦੇਹਾਂਤ ਹੋਇਆ, ਉਹ 94 ਵਰ੍ਹਿਆਂ ਦੇ ਸਨ। ਉਹਨਾਂ ਦੇ ਦੇਹਾਂਤ ਦੀ ਜਾਣਕਾਰੀ ਫਿਲਿਪਸ ਕੰਪਨੀ ਨੇ ਦਿੱਤੀ ਹੈ। ਉਹਨਾਂ ਨੇ ਕੰਪੈਕਟ ਡਿਸਕ ਵਿਕਸਿਤ ਕਰਨ ਵਿੱਚ ਵੀ ਇਸ ਕੰਪਨੀ ਦੀ ਫਿਲਿਪਸ ਦੀ ਮਦਦ ਕੀਤੀ ਸੀ। ਓਟੈਂਸ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਸਾਲ 1952 ਵਿੱਚ ਫਿਲਿਪਸ ਕੰਪਨੀ ਨਾਲ ਜੁੜੇ। ਉਹ ਨੀਦਰਲੈਂਡ ਦੀ ਇਸ ਕੰਪਨੀ ਦੇ ਉਤਪਾਦਕ ਮੁਖੀ ਸਨ। ਇਸ ਅਹੁਦੇ ਤੇ ਰਹਿੰਦਿਆਂ ਉਹਨਾਂ ਨੇ ਟੇਪ ਰਿਕਾਰਡਰ ਦੇ ਬਦਲ ਵਜੋਂ ਆਡੀਓ ਕੈਸੇਟ ਬਣਾਉਣ ਦਾ ਕੰਮ ਸ਼ੁਰੂ ਕੀਤਾ। ਉਹਨਾਂ ਦਾ ਇਹ ਸਿੱਧਾ ਮਕਸਦ ਸੀ ਕਿ ਲੋਕ ਆਸਾਨੀ ਨਾਲ ਆਪਣੇ ਮਨਪਸੰਦ ਦੇ ਗੀਤ ਸੰਗੀਤ ਨੂੰ ਸੁਣ ਸਕਣ। ਨੀਦਰਲੈਂਡ ਦੇ ਐਂਦੋਵੇਨ ਸ਼ਹਿਰ ਦੇ ਵਿੱਚ ਸਥਿਤ ਫਿਲਿਪਸ ਮਿਊਜ਼ੀਅਮ ਦੇ ਡਾਇਰੈਕਟਰ ਓਲਗਾ ਕੁਲੇਨ ਨੇ ਕਿਹਾ ਹੈ ਕਿ ਉਹਨਾਂ ਨੇ ਬੀਤੀ ਸਦੀ ਦੇ 6ਵੇਂ ਦਹਾਕੇ ਦੀ ਸ਼ੁਰੂਆਤ ਦੇ ਵਿੱਚ ਪਹਿਲਾਂ ਆਡੀਓ ਕੈਸੇਟ ਬਣਾਈ। ਸਾਲ 1926 ਦੇ ਵਿੱਚ ਨੀਦਰਲੈਂਡ ਦੇ ਬਲਿੰਗਵਾਲਡ ਵਿੱਚ ਜੰਮੇ ਓਟੈਂਸ ਦੀ ਖੋਜ ਦੇ ਨਾਲ ਸੰਗੀਤ ਜਗਤ ਦੇ ਵਿੱਚ ਕ੍ਰਾਂਤੀ ਆ ਗਈ ਸੀ ਅਤੇ ਸੰਗੀਤ ਜਗਤ ਦੇ ਵਿੱਚ ਕ੍ਰਾਂਤੀ ਲਿਆਉਣ ਵਾਲੇ ਇਸ ਮਹਾਨ ਖੋਜੀ ਦਾ ਦੇਹਾਂਤ ਹੋ ਗਿਆ ਹੈ। ਅਗਲੀ ਖਬਰ, ਕਿਉਂਕਿ ਦੁਨੀਆ ਦੇ ਉੱਤੇ ਸਦੀਵੀਂ ਕਿਸੇ ਨੇ ਨਹੀਂ ਰਹਿਣਾ। ਜੇਕਰ ਅਸੀਂ ਇਸ ਮਹਾਨ ਖੋਜੀ ਦਾ ਜ਼ਿਕਰ ਕੀਤਾ ਤਾਂ ਉਹਨਾਂ ਦੀ ਇੱਕ ਕ੍ਰਾਂਤੀਕਾਰੀ ਦੇਣ ਸੀ। ਜੇਕਰ ਮੈਂ ਸ਼ਹੀਦ ਊਧਮ ਸਿੰਘ ਸੁਨਾਮ ਦਾ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਹੈ, ਉਹਨਾਂ ਦੇ ਕੰਮ ਦੇ ਕਾਰਨ ਜ਼ਿਕਰ ਕੀਤਾ ਹੈ। ਬਾਅਦ ਦੇ ਵਿੱਚ ਕੁਝ ਲੋਕ ਇਹ ਵੀ ਖੜੇ ਹੋ ਗਏ ਸੀ ਕਿ ਅਸੀਂ ਊਧਮ ਸਿੰਘ ਸੁਨਾਮ ਦੇ ਰਿਸ਼ਤੇਦਾਰ ਹਾਂ ਤੇ ਸਾਡੀ ਤਾਂ ਕੋਈ ਸਾਰ ਹੀ ਨਹੀਂ ਲੈਂਦਾ। ਫਿਰ ਇੱਥੇ ਇੱਕ ਸਵਾਲ ਵੱਡਾ ਪੈਦਾ ਹੁੰਦਾ ਹੈ, ਜੇ ਉਹ ਸੱਚੀ ਮੁੱਚੀ ਰਿਸ਼ਤੇਦਾਰ ਸੀ ਫਿਰ ਯਤੀਮਖਾਨੇ ਕਿਉਂ ਛੱਡਿਆ ਬੱਚਿਆਂ ਨੂੰ? ਉਦੋਂ ਜ਼ਰੂਰਤ ਸੀ ਉਹਨਾਂ ਰਿਸ਼ਤੇਦਾਰਾਂ ਦੀ ਕਿ ਅਸੀਂ ਤੁਹਾਡੀ ਬਾਹ ਫੜਾਂਗੇ, ਅਸੀਂ ਤੁਹਾਡੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਭਾਲ ਕਰਾਂਗੇ। ਉਹਨਾਂ ਵੇਲਿਆਂ ਦੇ ਵਿੱਚ ਸ਼ਹੀਦ ਊਧਮ ਸਿੰਘ ਜਾਂ ਉਹਨਾਂ ਦੇ ਭਰਾ ਦਾ ਕੋਈ ਰਿਸ਼ਤੇਦਾਰ ਨਹੀਂ ਸੀ। ਚੁੱਪ ਕਰਕੇ ਬੱਚਿਆਂ ਨੂੰ ਯਤੀਮਖਾਨੇ ਪੁਤਲੀ ਘਰ ਛੱਡਿਆ ਹੀ ਸੀ। ਪਰ ਜਦੋਂ ਕੋਈ ਬੰਦਾ ਨਾਮੀ ਹੋ ਜਾਏ, ਗ੍ਰਾਮੀ ਹੋ ਜਾਏ, ਅਮੀਰ ਹੋ ਜਾਏ ਤੇ ਫਿਰ ਸਾਰੇ ਰਿਸ਼ਤੇਦਾਰ ਹੋ ਜਾਂਦੇ ਹੈ। ਖੈਰ, ਅਗਲੀ ਜਿਹੜੀ ਗੱਲ ਹੈ, ਕਰੋਨਾ ਕਾਲ ਚੱਲ ਰਿਹਾ, ਇੱਕ ਵਾਰੀ ਫਿਰ ਫਣ ਚੁੱਕ ਰਿਹਾ ਹੈ। ਤੁਸੀਂ ਦੇਖੋ ਕਿ ਕਿਹੜੀ ਸਰਕਾਰ ਕਿਵੇਂ ਕਿਸੇ ਦਾ ਹੱਥ ਫੜਦੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਵਿਡ-19 ਦੇ ਕਾਰਨ ਜਾਨ ਗਵਾਉਣ ਵਾਲੇ ਸਰਕਾਰੀ ਹਸਪਤਾਲ ਦੇ ਲੈਬ ਟੈਕਨੀਸ਼ੀਅਨ ਦੇ ਪਰਿਵਾਰ ਦੇ ਨਾਲ ਅੱਜ ਮੁਲਾਕਾਤ ਕੀਤੀ। ਇਸੇ ਦੌਰਾਨ ਪਰਿਵਾਰ ਨੂੰ ਉਹਨਾਂ ਨੇ 1 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਹੈ। ਕੇਜਰੀਵਾਲ ਨੇ ਉੱਤਰੀ ਦਿੱਲੀ ਦੇ ਹਿੰਦੂ ਰਾਵ ਹਸਪਤਾਲ ਵਿੱਚ ਕੰਮ ਕਰਨ ਵਾਲੇ ਰਾਕੇਸ਼ ਜੈਨ ਦੀ ਮਾਂ, ਉਹਨਾਂ ਦੀ ਘਰਵਾਲੀ ਅਤੇ ਬੱਚਿਆਂ ਦੇ ਨਾਲ ਉਹਨਾਂ ਦੇ ਘਰ ਜਾ ਕੇ ਉਚੇਚੇ ਤੌਰ ਤੇ ਮੁਲਾਕਾਤ ਕੀਤੀ। ਕੇਜਰੀਵਾਲ ਦੇ ਦਫ਼ਤਰ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਤੇ ਬਿਆਨ ਦੇ ਅਨੁਸਾਰ ਕੇਜਰੀਵਾਲ ਨੇ ਕਿਹਾ ਕਿ ਕੋਵਿਡ ਡਿਊਟੀ ਦੌਰਾਨ ਜੈਨ ਇਨਫੈਕਟਡ ਹੋਏ, ਉਹਨਾਂ ਨੂੰ ਮੈਟਰੋ ਹਸਪਤਾਲ ਰੈਫਰ ਕੀਤਾ ਗਿਆ ਪਰ ਉਹਨਾਂ ਨੂੰ ਬਚਾਇਆ ਨਹੀਂ ਸੀ ਜਾ ਸਕਿਆ। ਉਹ ਸ਼ਹੀਦ ਹੋਏ ਪਰ ਆਪਣੇ ਆਖਰੀ ਸਾਹ ਤੱਕ ਦਿੱਲੀ ਦੇ ਲੋਕਾਂ ਦੀ ਸੇਵਾ ਕਰਦੇ ਰਹੇ। ਦਿੱਲੀ ਸਰਕਾਰ ਸ਼ਹਿਰ ਦੇ ਲੋਕਾਂ ਦੀ ਅਥੱਕ ਤੇ ਅਣਥੱਕ ਸੇਵਾ ਕਰਨ ਵਾਲੇ ਅਜਿਹੇ ਕਰੋਨਾ ਯੋਧਿਆਂ ਨੂੰ ਸਲਾਮ ਕਰਦੀ ਹੈ। ਉਹਨਾਂ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਅੱਜ ਮੈਂ ਰਾਕੇਸ਼ ਜੈਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਦਿੱਤਾ ਹੈ। ਉਹਨਾਂ ਕਿਹਾ ਕਿ ਕਿਸੇ ਦੇ ਜੀਵਨ ਦੇ ਬਦਲੇ ਕੋਈ ਮੁਆਵਜ਼ਾ ਮਾਇਨੇ ਨਹੀਂ ਰੱਖਦਾ। ਉਹਨਾਂ ਦੀ ਜਾਨ ਦੀ ਕੀਮਤ ਨਹੀਂ ਦਿੱਤੀ ਜਾ ਸਕਦੀ, ਨਾ ਹੀ ਮੈਂ ਉਹਨਾਂ ਦੀ ਜਾਨ ਦੀ ਕੀਮਤ ਦੇ ਰਿਹਾ, ਪਰ ਮੈਂ ਉਮੀਦ ਕਰ ਰਿਹਾ ਕਿ ਵਿੱਤੀ ਮਦਦ ਦੇ ਨਾਲ ਪਰਿਵਾਰ ਨੂੰ ਕੁਝ ਰਾਹਤ ਜ਼ਰੂਰ ਮਹਿਸੂਸ ਹੋਏਗੀ। ਬੀਤੇ 1 ਸਾਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਡਾਕਟਰ, ਨਰਸਾਂ ਤੇ ਹੋਰ ਸਿਹਤ ਕਾਮੇ ਅਤੇ ਇਸ ਮੋਹਰੀ ਮੋਰਚੇ ਦੇ ਕਰਮੀ ਪੀੜਤ ਹੋਏ। ਉਹਨਾਂ ਵਿੱਚੋਂ ਕੁਝ ਦੀ ਉਹ ਕਹਿੰਦੇ ਜਾਨ ਵੀ ਚਲੇ ਗਈ। ਉਹਨਾਂ ਰਾਕੇਸ਼ ਜੈਨ ਦਾ ਕਿਹਾ
कि उन्हां दा वड्डा पुत्र पता लग्या कि नौकरी लभदा फिरदा है। वो कहंदे दिल्ली सरकार नूं इह पता लग गया कि उन्हां दा पुत्र नौकरी की तलाश विच है, हुण नौकरी नूं असीं देंगे, लभण की लोड़ नहीं। वो कहंदे मैं राकेश जैन के परिवार नूं भरोसा दिना कि दिल्ली सरकार अज ही नहीं कि करोड़ रुपया देता, जां यही नहीं कि वादा करके चला गया कि नौकरी देंगा, भविख दे विच भी जदों कोई परिवार नूं जरूरत हुई, क्योंकि उस परिवार ने अपना एक जी इस सरकार दे, इस मुल्क दे इन्हां लोकां दे हवाले कीता है, कुर्बानी दित्ती है। भविख विच भी सरकार उन्हां दी जरूरत दे नाल मोढा जोड़ के खड़ेगी। कोविड-19 के मरीजों की सेवा के दौरान पीड़ित हुए जैन नूं प्रीत विहार स्थित मैट्रो हस्पताल विच दाखिल करवाया गया सी। जानकारी सी कि अगले दिन ही उन्हां दी मौत हो गई सी। दिल्ली के रहने वाले जैन ने 1988 ਦੇ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਅਤੇ 2022 ਦੇ ਵਿੱਚ ਉਹਨਾਂ ਨੇ ਰਿਟਾਇਰ ਹੋ ਜਾਣਾ ਸੀ, ਭਾਵ ਅਗਲੇ ਵਰੇ ਉਹਨਾਂ ਦੀ ਰਿਟਾਇਰਮੈਂਟ ਸੀ। ਬਿਆਨ ਦੇ ਅਨੁਸਾਰ ਉਹਨਾਂ ਦੇ ਪਰਿਵਾਰ ਵਿੱਚ ਮਾਂ, ਘਰਵਾਲੀ ਅਤੇ 2 ਬੱਚੇ ਨੇ। ਹੁਣ ਵੱਡਾ ਵੀ ਪੁੱਤ ਨੌਕਰੀ ਦੀ ਭਾਲ ਦੇ ਉੱਤੇ, ਛੋਟਾ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਹੈ, ਜਿਨ੍ਹਾਂ ਨੂੰ ਇਹ 1 ਕਰੋੜ ਦਾ ਚੈੱਕ ਤੇ ਨੌਕਰੀ ਦਾ ਭਰੋਸਾ ਦਿੱਤਾ ਗਿਆ। ਇਸੇ ਤਰ੍ਹਾਂ ਇੱਕ ਖਬਰ ਹੋਰ ਮਿਲੀ ਹੈ कि अज तो भाव कल जिहड़ा शुक्रवार वाला कल सी, शुक्रवार वाले दिन भी जानकारी मिली है कि जान गवाउण वाले लोक नायक जय प्रकाश हस्पताल के डॉक्टर असीम गुप्ता उन्हां दे घर जाके भी उन्हां दे परिवार दे नाल मुलाकात करने की खबर है। इस मुलाकात के दौरान केजरीवाल ने डॉक्टर गुप्ता के परिवार को आर्थिक मदद के तौर पर भी 1 करोड़ रुपए का मुआवजा दिता है। केजरीवाल ने डॉक्टर असीम गुप्ता की मौत से डूंघे दुख का प्रगटावा भी किया, उन्हां दे परिवार दे नाल हमदर्दी भी प्रगटाई। उन्हां कहा कि डॉक्टर गुप्ता एक सच्चे कोरोना योद्धे सन जो अपनी जान की परवाह किए बगैर ड्यूटी करते रहे। इस मुलाकात दौरान दिल्ली विधान सभा के स्पीकर गोयल भी उन्हां दे नाल मौजूद सन। दसना बनता है कि डॉक्टर असीम की पत्नी निरुपमा भी डॉक्टर ने अते वो भी इस ही हस्पताल दे विच तैनात ने। इस मौके केजरीवाल ने कहा कि डॉक्टर असीम गुप्ता कोविड मरीजों की सेवा च तैयार रहिंदे सन, वो अपनी सेवा देंदे हुए शहीद होए ने। केजरीवाल ने कहा कि मरहूम डॉक्टर असीम के परिवार का पूरा ख्याल दिल्ली सरकार रखेगी। उन्हां जो भी सहूलत उन्होंने चाहिए होएगी मुहैया दिल्ली सरकार करेगी। तुसीं देखो कि यह काम सरकारां दे ने, जे वो लोकां वास्ते अपनी जान कुर्बान कर गए, इन्फैक्टेड होए तां भी वो काम ते डटे रहे, ते आखिरकार स्थिति विच सेहत विच सुधार ना होया ते इस महामारी ने उन्होंने निगल लिया। तो फिर पिछे उन्होंने योद्धियां नूं याद तो लोगों ने करना होंदा ना, सरकारां ने करना होंदा। पर आ किन्ने किसान शहीद हो गए हैं, हाले तक सरकार 2 शब्द अफसोस से नहीं बोल रही। अगली खबर शायद काफ़ी तुहाडे वास्ते मैंने रखे। तमिलनाडु दे विचों खबर मिल रही है। तमिलनाडु दे विच चोणां भी ने, तुहानूं पता है। तमिलनाडु दे विच चोणां तो पहलां इसे सिलसिले दे विच DMK ने अज अपना मैनीफेस्टो जारी किया है। मैनीफेस्टो दे विच हरियाणा की तर्ज से 75% नौकरियां स्थानक लोगों को देने का वादा भी कर लिया गया। हरियाणा सरकार ने भी दसना बनता है कि इस महीने अपने सूबे दे विच 75% नौकरियां प्राइवेट सैक्टर दे विच भी हरियाणे के लोगों को देने का ऐलान किया सी। 10% उस जिले के लोग और 65% किसी भी हरियाणे के इलाके विचों हो सकते हैं। पर दस दें कि इस जिहड़ा कानून बनाउणा चाहुंदी है सरकार, उहनूं चैलेंज कर दिता गया। हाई कोर्ट दे विच उहदे खिलाफ रिट पा दी गई है। पर तमिलनाडु दे विच DMK ने अपने चोण मनोरथ पत्र का इहनूं हिस्सा बनाया है। मैनीफेस्टो दे विच सरकार बनते हिंदू मंदिरां की यात्रा ते जाण दे वास्ते 1 लाख लोकां नूं 25-25 हज़ार रुपए देने का वादा भी किया गया है। नाल ही जणेपा छुट्टी नूं वधाउण दी भी गल आखी गई है। पेट्रोलीयम उत्पादों के मुल्लों में कटौती और निट ते पाबंदी लगाउण दा वादा भी किया गया है। इस तरीके नाल कहंदे सूबे वालों वसूले जाने वाले टैक्स नूं घट करके पेट्रोल दे विच 5 रुपए प्रति लीटर और डीजल दे विच 4 रुपए प्रति लीटर कमी कर दी जाएगी। कुकिंग गैस दे विच 100 रुपए की वाधू सबसिडी दी जाएगी। सो हुण वेखदे हां कि ये चोण वादा ही है, क्योंकि पंजाब वालियां नूं पुछ लिओ जिहो जे वादे पंजाब सरकार ने कीते सी होंद विच आउण तो पहलां, उहदे मुकाबले तो वादे छोटे है, पर हो सकता है कई लोगों को ये वादे चंगे लगन। गल पंजाब सरकार की तुर पई है तो फिर कैप्टन अमरिंदर सिंह का जिक्र करना भी बहुत जरूरी है। मुख्यमंत्री कैप्टन अमरिंदर सिंह दे वल्लों अपने राज दे विच जिन्नियां
ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਨੇ ਬੀਤੇ 4 ਸਾਲਾਂ ਦੇ ਵਿੱਚ, ਉਹ ਦੱਸਣੀਆਂ ਚਾਹੁੰਦੇ ਆ ਲੋਕਾਂ ਨੂੰ। ਹੁਣ ਉਹ ਦੱਸਣ ਕਿਵੇਂ? ਉਹਦੇ ਵਾਸਤੇ ਉਹਨਾਂ ਨੂੰ ਇੱਕ ਪ੍ਰੈਸ ਕਾਨਫਰੰਸ ਕਰਨੀ ਪਏਗੀ ਹੈ, ਫਿਰ ਅਖਬਾਰਾਂ ਦੀਆਂ, ਰੇਡੀਓ ਟੈਲੀਵਿਜ਼ਨਾਂ ਦੀ ਉਹ ਸੁਰਖੀਆਂ ਬਣਨਗੀਆਂ, ਫਿਰ ਲੋਕ ਪੜ੍ਹਨਗੇ, ਲੋਕ ਸੁਣਨਗੇ, ਲੋਕ ਦੇਖਣਗੇ। ਪਰ ਜਿਹੜੀ ਇਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਦੀ ਜਾਣਕਾਰੀ ਹੈ ਉਹ ਵਿਵਾਦਾਂ 'ਚ ਹੈ। ਅਸਲ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਮੀਡੀਆ ਤੋਂ ਅਗਾਊਂ ਸਵਾਲ ਮੰਗ ਲਏ ਗਏ ਹੈ, ਇਸ ਕਰਕੇ ਸਵਾਲ ਖੜੇ ਹੋਏ ਨੇ। ਉਹ ਕਹਿੰਦੇ ਜੇਕਰ ਤੁਸੀਂ ਮੁੱਖ ਮੰਤਰੀ ਤੋਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਤੁਸੀਂ ਆਪਣੀ ਸੰਸਥਾ ਦੇ ਵੱਲੋਂ ਸਾਨੂੰ ਸਵਾਲ ਪਹਿਲਾਂ ਲਿਖ ਕੇ ਭੇਜੋ, ਤੁਸੀਂ ਪੁੱਛਣਾ ਕੀ ਚਾਹੁੰਦੇ ਹੋ, ਉਹਦੇ 'ਚ ਫਿਰ ਅਸੀਂ ਸਕਰੀਨਿੰਗ ਕਰਾਂਗੇ ਕਿਹੜੇ ਸਵਾਲ ਦਾ ਜਵਾਬ ਮੁੱਖ ਮੰਤਰੀ ਨੇ ਦੇਣਾ ਹੈ ਤੇ ਕਿਹੜੇ ਨੇ ਨਹੀਂ ਦੇਣਾ। ਦੱਸਣਾ ਬਣਦਾ ਕਿ ਕੈਪਟਨ ਦੀ ਪਿਛਲੇ ਅਰਸੇ ਦੌਰਾਨ ਇਹ ਦੂਸਰੀ ਪ੍ਰੈਸ ਕਾਨਫਰੰਸ ਹੋਣੀ ਹੈ ਜਿਸ ਵਾਸਤੇ ਮੀਡੀਆ ਤੋਂ ਅਗਾਊਂ ਸਵਾਲ ਮੰਗੇ ਗਏ ਹੈ। ਆਮ ਤੌਰ ਤੇ ਇੰਜ ਹੁੰਦਾ ਨਹੀਂ, ਕਿਉਂਕਿ ਮੀਡੀਆ ਵੱਲੋਂ ਉਹ ਸਵਾਲ ਪੁੱਛੇ ਜਾਂਦੇ ਆ ਜਿਹੜੇ ਮੌਕੇ ਤੇ ਲੱਗਣ ਕਿ ਹਾਂ ਆਹ ਸਵਾਲ ਪਹਿਲੇ ਨੇ ਪੁੱਛਿਆ, ਇਹਦਾ ਸਵਾਲ ਦਾ ਜਵਾਬ ਨਹੀਂ ਦਿੱਤਾ ਤੇ ਅਗਲਾ ਸਵਾਲ ਮੈਂ ਕਰਾਂ। ਹੁਣ ਪੰਜਾਬ ਸਰਕਾਰ ਦੇ ਵੱਲੋਂ ਮੀਡੀਆ ਨੂੰ ਸੁਨੇਹੇ ਭੇਜੇ ਗਏ ਆ ਕਿ ਉਹ ਆਪੋ ਆਪਣੇ ਅਗਾਊਂ ਸਵਾਲ ਭੇਜ ਦੇਣ। ਦੱਸਣਾ ਬਣਦਾ ਕਿ ਮੁੱਖ ਮੰਤਰੀ ਦੀ ਪਿਛਲੀ ਕਾਨਫਰੰਸ ਵਿੱਚ ਵੀ ਇਦਾਂ ਹੀ ਹੋਇਆ ਸੀ ਕਿ 94 ਸਵਾਲ ਮੁੱਖ ਮੰਤਰੀ ਦੇ ਅੱਗੇ ਰੱਖ ਦਿੱਤੇ ਗਏ ਤੇ ਮੀਡੀਆ ਦੇ ਅੰਦਰ ਇਸ ਗੱਲ ਦੇ ਉੱਤੇ ਇਤਰਾਜ਼ ਉੱਠ ਰਿਹਾ ਹੈ। ਅਸਲ ਵਿੱਚ ਇਹ ਰਵਾਇਤ ਨਹੀਂ ਕਿ ਪੱਤਰਕਾਰ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਆਪਣੇ ਸਵਾਲ ਸਰਕਾਰ ਨੂੰ ਭੇਜਣ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਪ੍ਰੈਸ ਬਿਆਨ ਜਾਰੀ ਕਰ ਦਿੱਤਾ। ਉਹ ਕਹਿੰਦੇ ਪੰਜਾਬ ਸਰਕਾਰ ਦੇ ਆਹ ਜਿਹੜਾ ਵਤੀਰਾ ਸਾਹਮਣੇ ਆਇਆ ਇਹਦਾ ਅਸੀਂ ਖੰਡਨ ਕਰਦੇ ਹਾਂ। ਉਹ ਕਹਿੰਦੇ ਲੋਕਾਂ ਦਾ ਸਾਹਮਣਾ ਕਿਵੇਂ ਕਰੂ ਇਹ ਸਰਕਾਰ? ਲੋਕਾਂ ਦੇ ਸਾਹਮਣੇ ਦੀ ਤਾਂ ਕਹਿੰਦੇ ਗੱਲ ਹੀ ਛੱਡ ਦਿਓ, ਇਹ ਤਾਂ ਮੀਡੀਆ ਦਾ ਸਾਹਮਣਾ ਨਹੀਂ ਕਰ ਸਕੀ। ਮੀਡੀਆ ਦੇ ਸਾਹਮਣਾ ਕਰਨ ਦੇ ਜੇ ਯੋਗ ਹੁੰਦੀ, ਮੀਡੀਆ ਦੇ ਸਵਾਲਾਂ ਦੇ ਜੇਕਰ ਇਹਨਾਂ ਕੋਲ ਜਵਾਬ ਹੁੰਦੇ, ਫਿਰ ਅਗਾਊਂ ਸਵਾਲ ਨਾ ਪੁੱਛੇ ਜਾਂਦੇ। ਸੋ ਦੱਸਣਾ ਤਾਂ ਇਹ ਵੀ ਬਣਦਾ ਹੈ ਕਿ ਪਿਛਲੀ ਸਰਕਾਰ ਵੀ ਦੱਸੇ, ਬਹੁਤ ਸਾਰੀਆਂ ਮੀਡੀਆ ਆਊਟਲੈਟਸ ਇੱਥੇ ਵੀ ਨੇ, ਬਹੁਤ ਸਾਰੇ ਲੋਕਾਂ ਨੇ ਕਨੈਕਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਸਮੇਂ-ਸਮੇਂ ਤੇ ਕਿ ਭਾਈ ਸੁਖਬੀਰ ਡਿਪਟੀ CM ਹੈ, ਕਿਸੇ ਦਿਨ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਲ ਕਰ ਲਈਏ। ਕਦੇ ਫੋਨ ਦਾ ਜਵਾਬ ਨਹੀਂ ਸੀ ਆਉਂਦਾ। ਆਪਣੀਆਂ ਕੱਛ ਤੇ ਦੂਸਰੇ ਦੀਆਂ ਹੱਥ 'ਚ, ਇਹ ਚੰਗੀ ਗੱਲ ਨਹੀਂ। ਅਗਲੀ ਜਿਹੜੀ ਖਬਰ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਸੋਚਣ ਤੇ ਵਿਚਾਰਨਯੋਗ ਹੈ। ਜਦੋਂ ਅਸੀਂ ਕਿਸੇ ਵੀ ਮੰਦਿਰ, ਮਸਜਿਦ, ਗੁਰਦੁਆਰਾ ਸਾਹਿਬ ਭਾਵ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਹਾਂ, ਲਗਭਗ ਹਰ ਇੱਕ ਧਾਰਮਿਕ ਸਥਾਨ ਦੇ ਬਾਹਰ ਲਿਖ ਕੇ ਲਾਇਆ ਹੁੰਦਾ ਕਿ ਕਿਸੇ ਵਿਅਕਤੀ ਨੂੰ ਜਿਹਨੂੰ ਤੁਸੀਂ ਜਾਣਦੇ ਨਹੀਂ, ਉਹਦੇ ਤੋਂ ਲੈ ਕੇ ਕੋਈ ਵੀ ਖਾਣ ਵਾਲੀ ਚੀਜ਼ ਭਾਵੇਂ ਪ੍ਰਸ਼ਾਦ ਹੀ ਕਿਉਂ ਨਾ ਹੋਵੇ ਲੈ ਕੇ ਨਾ ਖਾਓ। ਦੂਸਰੀ ਗੱਲ ਲਿਖੀ ਹੁੰਦੀ ਹੈ ਕਿ ਆਪਣਾ ਮੋਬਾਈਲ ਫੋਨ ਦੀ ਸਵਿਚ ਆਫ ਕਰੋ ਤਾਂ ਕਿ ਅੰਦਰ ਕੀਰਤਨ ਹੋ ਰਿਹਾ ਤੇ ਸਾਡੇ ਫੋਨ ਦੀਆਂ ਘੰਟੀਆਂ ਵੱਜ ਰਹੀਆਂ ਹੁੰਦੀਆਂ ਨੇ, ਕਈ ਵਾਰੀ ਕੋਈ ਗੀਤ ਹੀ ਲੱਗਿਆ ਹੁੰਦਾ। ਫਿਰ ਇੱਕ ਗੱਲ ਇਹ ਵੀ ਲਿਖੀ ਹੁੰਦੀ ਹੈ ਕਿ ਇੱਥੇ ਭਾਈ ਹੋ ਸਕਦਾ ਕਿ ਤੁਹਾਡਾ ਜ਼ਰੂਰੀ ਸਮਾਨ, ਗਹਿਣਾ ਗੱਟਾ ਚੋਰੀ ਹੋ ਜਾਵੇ, ਸੰਭਾਲ ਕੇ ਰੱਖੋ। ਕਈ ਵਾਰੀ ਸੋਚੀਦਾ ਕਿ ਰੱਬ ਦੇ ਘਰ ਬੰਦਾ ਜਾਂਦਾ ਹੈ ਕਿ ਇਸ ਤਰ੍ਹਾਂ ਦੀਆਂ ਨੀਤਾਂ ਜਾਂ ਬਦਨੀਤਾਂ ਵਾਲੇ ਲੋਕ ਵੀ ਅੰਦਰ ਤੁਰਦੇ ਫਿਰਦੇ ਹੋਣਗੇ ਜਿਹੜੇ ਤੁਹਾਡੀ ਪੌਕਟ ਮਾਰਦੇ ਆ। ਇੰਜ ਹੁੰਦਾ ਹੈ। ਦਰਬਾਰ ਸਾਹਿਬ ਗਏ ਲੋਕਾਂ ਨਾਲ ਵੀ ਹੁੰਦਾ ਤੇ ਹੋਰਨਾਂ ਥਾਵਾਂ ਤੇ ਗਏ ਲੋਕਾਂ ਨਾਲ ਵੀ ਹੁੰਦਾ। ਪਰ ਆਹ ਜਿਹੜੀ ਖਬਰ ਹੈ ਇੱਕ ਵਾਰੀ ਫਿਰ ਸਾਨੂੰ ਚੁਕੰਨੇ ਕਰੇਗੀ। ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਪਲਾਜ਼ਾ ਦੇ ਵਿੱਚੋਂ ਖਬਰ ਮਿਲੀ ਹੈ ਕਿ ਜ਼ਹਿਰੀਲਾ ਪ੍ਰਸ਼ਾਦ ਖਵਾ ਕੇ ਇੱਕ ਸ਼ਰਧਾਲੂ ਦੀ ਹੱਤਿਆ ਕਰ ਦਿੱਤੀ ਗਈ ਹੈ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਸ਼ਰਧਾਲੂ ਦਾ ਮੋਬਾਈਲ ਵੀ ਲੈ ਗਏ ਅਤੇ ਸੋਨੇ ਦੀ ਮੁੰਦਰੀ ਲਾ ਕੇ ਫਰਾਰ ਹੋ ਗਏ। ਹਾਲਤ ਵਿਗੜਨ ਤੇ ਪਿਆਰਾ ਸਿੰਘ ਨੂੰ ਤੁਰੰਤ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾ ਰਿਹਾ ਸੀ, ਪਰ ਰਸਤੇ ਦੇ ਵਿੱਚ ਹੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਉਹਨਾਂ ਦੀ ਮੌਤ ਹੋ ਗਈ। ਤੇ ਦੂਸਰੇ ਪਾਸੇ ਕੋਤਵਾਲੀ ਥਾਣੇ ਦੇ ਇੰਸਪੈਕਟਰ ਨੇ ਗੁਰਮੀਤ ਸਿੰਘ, ਉਹਨਾਂ ਨੇ ਦੱਸਿਆ ਕਿ ਘੰਟਾ ਘਰ ਪਲਾਜ਼ਾ ਤੇ ਸ਼੍ਰੀ ਦਰਬਾਰ ਸਾਹਿਬ ਦੇ ਅੰਦਰੀ CCTV ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਉਹ ਲੋਕ ਕੌਣ ਸੀ। ਪੁਲਿਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਜਿਹੜੇ ਮੁਲਜ਼ਮ ਸੀ ਇਹ ਹੋ ਸਕਦਾ ਹੈ ਕਿ ਕਾਫੀ ਪਹਿਲਾਂ ਤੋਂ ਪੀੜਤ ਪਰਿਵਾਰ ਦਾ ਪਿੱਛਾ ਕਰ ਰਹੇ ਸੀ। ਗੁਰਦਾਸਪੁਰ ਸਥਿਤ ਕਲਾਨੌਰ ਨਿਵਾਸੀ ਸੁਰਜੀਤ ਕੌਰ ਨੇ ਦੱਸਿਆ ਕਿ ਮੱਸਿਆ ਮਨਾਉਣ ਵਾਸਤੇ ਉਹ ਆਪਣੇ ਪਤੀ ਪਿਆਰਾ ਸਿੰਘ ਨਾਲ ਬੀਤੇ ਸ਼ੁੱਕਰਵਾਰ ਦੀ ਸ਼ਾਮ ਅੰਮ੍ਰਿਤਸਰ ਪੁੱਜਦੇ ਹੈ। ਸ਼ਾਮ ਦੇ ਲਗਭਗ 6 ਵਜੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਤੇ ਘੰਟਾ ਘਰ ਪਲਾਜ਼ੇ 'ਚ ਬੈਠ ਕੇ ਉਹ ਆਰਾਮ ਫਰਮਾਉਣ ਲੱਗੇ। ਇਸੇ ਵਿਚਾਲੇ ਉਹਨਾਂ ਕੋਲ 2 ਵਿਅਕਤੀ ਆਉਂਦੇ ਆ ਤੇ ਕੋਲ ਬੈਠ ਜਾਂਦੇ ਆ। ਉਹ ਵਿਅਕਤੀ ਉਹਨਾਂ ਨਾਲ ਧਾਰਮਿਕ ਪ੍ਰਵਿਰਤੀ ਵਾਲੀਆਂ ਗੱਲਾਂ ਕਰਨ ਲੱਗਦੇ ਆ। ਇਸੇ ਵਿਚਾਲੇ ਉਹਨਾਂ ਵਿੱਚੋਂ ਇੱਕ ਵਿਅਕਤੀ ਜਿਹੜਾ ਆਪਣਾ ਨਾਮ ਬਿੱਟੂ ਦੱਸਦਾ ਤੇ ਦੂਸਰਾ ਆਪਣੇ ਆਪ ਨੂੰ ਗੁਰਦਾਸ ਦੇ ਵਜੋਂ ਤੁਰਫ ਦਿੰਦਾ। ਦੋਵੇਂ ਦੱਸਦੇ ਆ ਕਿ ਉਹ ਬਟਾਲਾ ਤੋਂ ਗੁਰੂ ਘਰ ਮੱਥਾ ਟੇਕਣ ਵਾਸਤੇ ਆਏ ਹੋਏ ਨੇ। ਗੱਲਾਂ ਦੇ ਵਿੱਚ ਗੁਰਦਾਸ ਸਿੰਘ ਨਾਂ ਦੇ ਵਿਅਕਤੀ ਨੇ ਆਪਣੇ ਕੋਲ ਰੱਖੇ ਇੱਕ ਲਿਫਾਫੇ ਦੇ ਵਿੱਚੋਂ ਮਠਿਆਈ ਦਾ ਡੱਬਾ ਕੱਢਿਆ
ਅਤੇ ਉਹ ਕਹਿੰਦਾ ਆਹ ਲਓ ਜੀ ਲੱਡੂ, ਇਹ ਪ੍ਰਸ਼ਾਦ ਹੈ ਤੇ ਪ੍ਰਸ਼ਾਦ ਲੈ ਲਓ। ਇਸ ਔਰਤ ਦੇ ਦੱਸਣ ਦੇ ਮੁਤਾਬਕ ਉਹਨਾਂ ਦੇ ਪਤੀ ਪਿਆਰਾ ਸਿੰਘ ਨੇ ਲੱਡੂ ਲੈ ਕੇ ਖਾ ਲਿਆ, ਪਰ ਸੁਰਜੀਤ ਕੌਰ ਦੱਸਦੀ ਹੈ ਕਿ ਮੈਂ ਲੱਡੂ ਲੈਣ ਤੋਂ ਇਨਕਾਰ ਕਰ ਦਿੱਤਾ। ਹੁਣ ਜਦੋਂ ਆਹ ਕੰਮ ਹੋਇਆ ਉਹਦੇ ਤੋਂ ਬਾਅਦ ਉਹ ਕਹਿੰਦੀ ਲੱਡੂ ਖਾ ਕੇ ਮੇਰੇ ਘਰ ਵਾਲੇ ਦੇ ਢਿੱਡ ਦੇ ਵਿੱਚ ਦਰਦ ਹੋਣ ਲੱਗਿਆ। ਉਹ ਕਹਿੰਦਾ ਮੈਂ ਵਾਸ਼ਰੂਮ ਜਾ ਕੇ ਆਉਣਾ, ਤੇ ਜਦੋਂ ਮੇਰਾ ਘਰ ਵਾਲਾ ਵਾਸ਼ਰੂਮ ਦੇ ਅੰਦਰ ਜਾਂਦਾ ਹੈ ਤੇ ਨਾਲ ਹੀ ਦੋਵੇਂ ਵਿਅਕਤੀ ਵੀ ਉੱਠ ਕੇ ਪਿੱਛੇ ਚਲੇ ਜਾਂਦੇ ਆ। ਉਹ ਕਹਿੰਦੀ ਕੁਝ ਦੇਰ ਤੋਂ ਬਾਅਦ ਮੇਰੇ ਘਰ ਵਾਲਾ ਜਦੋਂ ਬਾਥਰੂਮ ਦੇ ਵਿੱਚੋਂ ਬਾਹਰ ਆਉਂਦਾ ਤੇ ਉਹਦੀ ਹਾਲਤ ਬਹੁਤ ਗੰਭੀਰ ਹੋਈ ਤੇ ਉਹ ਤੜਫ ਰਿਹਾ ਸੀ, ਤੇ ਮੈਂ ਲੋਕਾਂ ਦੀ ਮਦਦ ਦੇ ਨਾਲ ਉਹਨਾਂ ਨੂੰ ਹਸਪਤਾਲ ਲੈ ਕੇ ਜਾ ਰਹੀ ਸੀ, ਪਰ ਉਹ ਹਸਪਤਾਲ ਪਹੁੰਚੇ ਨਹੀਂ ਤੇ ਦੂਸਰੇ ਦੋਵੇਂ ਵਿਅਕਤੀ ਮੁੰਦਰੀ ਲੈ ਕੇ ਮੋਬਾਈਲ ਖੋਹ ਕੇ ਤੇ ਆਪਣਾ ਕੰਮ ਕਰਕੇ ਉੱਥੋਂ ਰਫੂ ਚੱਕਰ ਹੋਏ। ਸੋ ਇੱਕ ਵਾਰੀ ਫਿਰ ਤੋਂ ਅਪੀਲ ਹੈ ਕਿ ਜਿਹੜੇ ਉਹ ਨੋਟਿਸ ਬੋਰਡ ਲੱਗੇ ਹੁੰਦੇ ਨੇ ਉਹਨਾਂ ਤੇ ਧਿਆਨ ਦਿਆ ਕਰੋ। ਇੱਥੇ ਵੀ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਫਿਊਨਰਲ ਹੋਮ ਦੇ ਵਿੱਚ ਜਾਂਦੇ ਹਾਂ, ਉੱਥੇ ਲਿਖ ਕੇ ਲਾਇਆ ਹੁੰਦਾ ਕਿ ਆਪਣਾ ਮੋਬਾਈਲ ਫੋਨ ਬੰਦ ਕਰ ਲਾਓ, ਤਾਂ ਵੀ ਉਧਰ ਆਖਰੀ ਰਸਮਾਂ ਹੋ ਰਹੀਆਂ ਹੁੰਦੀਆਂ ਨੇ ਤੇ ਉਧਰ ਕਿਸ ਦਾ ਮੋਬਾਈਲ ਫੋਨ ਵੱਜ ਰਿਹਾ ਹੁੰਦਾ। ਆਹ ਗੁਰਦੁਆਰਾ ਸਾਹਿਬਾਨਾਂ ਦੇ ਬਾਹਰ ਵੀ ਲਿਖ ਕੇ ਲਾਇਆ ਹੁੰਦਾ ਕਿ ਕਿਸੇ ਲੋਭੜ ਵਿਅਕਤੀ ਤੋਂ ਕੋਈ ਪ੍ਰਸ਼ਾਦ ਲੈ ਕੇ ਖਾਵੋ ਨਾ, ਅਸੀਂ ਫਿਰ ਵੀ ਲੈ ਕੇ ਖਾਂਦੇ ਹਾਂ। ਫਿਰ ਦੇਖੋ ਤੁਸੀਂ ਕਿਹੜੀ ਕੀਮਤ ਜਾਨ ਦੇ ਕੇ ਚੁਕਾਉਣੀ ਪਈ। ਤੇ ਅਗਲੀ ਖਬਰ ਸਿੰਘੂ ਸਰਹੱਦ ਵਾਲੇ ਪਾਸੋਂ ਮਿਲ ਰਹੀ ਹੈ। ਤੁਹਾਨੂੰ ਪਤਾ ਹੈ ਕਿ ਦਿੱਲੀ ਧਰਨੇ ਤੇ ਲੋਕ ਲਗਭਗ 4 ਮਹੀਨਿਆਂ ਤੋਂ ਬੈਠੇ ਆ। ਠੰਡ ਝੱਲ ਲਈ, ਹੁਣ ਗਰਮੀ ਦੀ ਮਾਰ, ਕਦੇ ਮੀਂਹ ਕਦੇ ਝੱਖੜ ਕਦੇ ਹਨੇਰੀ, ਇਸ ਮੌਸਮ ਦੀ ਖਰਾਬੀ ਤੋਂ ਬਚਾਅ ਵਾਸਤੇ ਕਿਸਾਨ ਹੁਣ ਉੱਥੇ ਪੱਕੇ ਮਕਾਨ ਬਣਾ ਰਹੇ ਹੈ ਤਾਂ ਕਿ ਬਚਿਆ ਜਾ ਸਕੇ ਮੌਸਮ ਦੀ ਖਰਾਬੀ ਤੋਂ। ਜਾਣਕਾਰੀ ਮਿਲ ਰਹੀ ਹੈ ਕਿ ਸੋਨੀਪਤ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਕਈ ਕਿਸਾਨਾਂ ਦੇ ਉੱਤੇ ਮੁਕੱਦਮੇ ਦਰਜ ਕਰ ਦਿੱਤੇ ਗਏ ਹੈ। ਕੌਮੀ ਸ਼ਾਹ ਮਾਰਗ ਨੰਬਰ 1 ਤੇ ਸੋਨੀਪਤ ਜ਼ਿਲ੍ਹੇ ਦੇ ਕੁੰਡਲੀ ਕਸਬੇ ਦੇ ਵਿੱਚ ਪੈਂਦੇ ਇੱਕ ਇਲਾਕੇ 'ਚ KFC ਮਾਲ ਦੇ ਨੇੜੇ ਪੱਕੇ ਮਕਾਨ ਬਣਨੇ ਸ਼ੁਰੂ ਹੋ ਚੁੱਕੇ ਹੈ। ਪਿਆਊ ਮਨਿਆਰੀ ਵਾਲੇ ਪਾਸੇ ਅਤੇ ਸਿੰਘੂ ਵੱਲੋਂ ਜਾਂਦਿਆਂ ਲਗਭਗ 25 ਮਕਾਨ ਉਸਾਰ ਲਏ ਗਏ ਹੈ ਤੇ ਗਾਜ਼ੀਪੁਰ ਵਾਲੇ ਪਾਸੋਂ ਵੀ ਖਬਰਾਂ ਇੰਝ ਹੀ ਮਿਲ ਰਹੀਆਂ ਨੇ। ਤੇ ਇਹ ਮਕਾਨ ਝੌਂਪੜੀ ਨੁਮਾ ਬਣਾਏ ਜਾ ਰਹੇ ਨੇ, ਕੰਧਾਂ ਪੱਕੀਆਂ ਇੱਟਾਂ ਦੀਆਂ ਨੇ ਤੇ ਉੱਤੇ ਛੱਤ ਤੇ ਸਲਵਾੜ ਪਾਈ ਜਾ ਰਿਹਾ, ਸਰਕੜਾ ਪਾਇਆ ਜਾ ਰਿਹਾ ਤਾਂ ਕਿ ਮੌਸਮ ਦੀ ਮਾਰ ਤੋਂ ਬਚਿਆ ਜਾ ਸਕੇ। ਕਿਸਾਨਾਂ ਨੂੰ ਇਸ ਤੋਂ ਇਲਾਵਾ ਕੋਈ ਹੱਲ ਵੀ ਨਜ਼ਰ ਨਹੀਂ ਆ ਰਿਹਾ, ਕਿਉਂਕਿ ਦੂਸਰੇ ਪਾਸੇ ਸਰਕਾਰ ਹਲੇ ਜਿੱਦ ਕਰੀ ਬੈਠੀ ਹੈ। ਹੁਣ ਕਿਸਾਨ ਸੋਸ਼ਲ ਆਰਮੀ ਦੇ ਆਗੂ ਨੇ ਅਨਿਲ ਮਲਕ, ਉਹ ਕਹਿੰਦੇ ਇਹ ਤਾਂ 25 ਬਣੇ ਨੇ, ਹਲੇ ਲਗਭਗ ਅਸੀਂ 1000 ਮਕਾਨ ਬਣਾਉਣ ਦੀ ਯੋਜਨਾ ਉਲੀਕੀ ਹੋਈ ਹੈ। ਤੇ ਉਧਰ ਕੌਮੀ ਸ਼ਾਹਰਾਹ ਅਥਾਰਟੀ ਨੇ ਅਤੇ ਕੁੰਡਲੀ ਨਗਰ ਕੌਂਸਲ ਦੀ ਸ਼ਿਕਾਇਤ ਤੇ ਨਿਯਮਾਂ ਦੇ ਖਿਲਾਫ ਕੌਮੀ ਸ਼ਾਹਰਾਹ ਤੇ ਪੱਕੀਆਂ ਉਸਾਰੀਆਂ ਕਰਨ ਦੇ ਦੋਸ਼ ਹੇਠ ਕੁੰਡਲੀ ਥਾਣੇ ਦੇ ਵਿੱਚ ਕਿਸਾਨਾਂ ਦੇ ਖਿਲਾਫ ਕੇਸ ਦਰਜ ਕਰ ਲਿਆ। ਪਰ ਕਿਸਾਨ ਕਹਿੰਦੇ ਅਸੀਂ ਡਰਨ ਵਾਲੇ ਨਹੀਂ, ਇਹ ਤਾਂ ਕਹਿੰਦੇ ਅਸੀਂ ਹਾਲੇ ਕੁਝ ਇੱਕ ਮਕਾਨ ਬਣਾਏ ਨੇ, ਅਸੀਂ ਤਾਂ ਇੱਥੇ ਪਲਾਟ ਵੀ ਕੱਟਾਂਗੇ ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਲੋਕਾਂ ਦੇ ਨਾਲ ਧੱਕਾ ਕਿਵੇਂ ਕਰੀਦਾ। ਤੇ ਅਗਲੀ ਖਬਰ ਵੀ ਇਸ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਖਬਰ ਹੈ। ਬਹੁਤ ਸਾਰੀਆਂ ਮੌਤਾਂ ਹੁਣ ਤੱਕ, ਬਹੁਤ ਸਾਰੀਆਂ ਜਾਨਾਂ ਇਸ ਸੰਘਰਸ਼ ਦੇ ਲੇਖੇ ਲੱਗ ਚੁੱਕੀਆਂ ਨੇ। ਖਬਰ ਮਿਲ ਰਹੀ ਹੈ ਕਿ ਇਹਨਾਂ ਤਿੰਨੇ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਜਾਰੀ ਨੇ, ਹਰ ਇੱਕ ਪਾਸੇ ਜਾਰੀ ਹੈ ਤੇ ਕਈ ਕਿਸਾਨ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦੇ ਚੁੱਕੇ ਹੈ। ਤੇ ਪਿਛਲੇ ਤਕਰੀਬਨ 5 ਮਹੀਨਿਆਂ ਤੋਂ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਦੌਰ ਵੀ ਜਾਰੀ ਹੈ। ਅੱਜ ਇੱਕ ਕਿਸਾਨੀ ਧਰਨੇ ਦੇ ਦੌਰਾਨ ਅਵਤਾਰ ਸਿੰਘ ਪਿੰਡ ਸ਼ਾਜਲਾ, ਉਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾਧੀ ਅਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੇ ਚੱਲਦੇ ਉਹਨਾਂ ਨੂੰ ਬਾਅਦ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਵਿੱਚ, ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਉਹਨਾਂ ਦੀ ਹਾਲਤ ਗੰਭੀਰ, ਉਹਨਾਂ ਨੂੰ PGI ਰੈਫਰ ਕਰ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਮਿਲੀ ਹੈ। ਜਾਣਕਾਰੀ ਦੇ ਮੁਤਾਬਕ ਦੁਪਹਿਰ ਦੇ ਵਕਤ ਇਸ ਵਿਅਕਤੀ ਨੇ ਕੋਈ ਜ਼ਹਿਰੀਲੀ ਚੀਜ਼ ਖਾਧੀ ਤੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਤੁਰੰਤ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਇਸ ਵਕਤ ਇਲਾਜ ਅਧੀਨ ਨੇ, ਪਰ ਹਾਲਤ ਉਹਨਾਂ ਦੀ ਨਾਜ਼ੁਕ ਬਣੀ ਹੋਈ ਹੈ। ਇਹਨਾਂ ਦੇ ਮਾਮੇ ਨੇ ਅਤੇ ਇਹਨਾਂ ਦੇ ਭਰਾ ਨੇ ਦੱਸਿਆ ਕਿ ਉਹਨਾਂ ਨੇ ਜੇਬ ਦੇ ਵਿੱਚ ਇੱਕ ਸੁਸਾਈਡ ਨੋਟ ਵੀ ਲਿਖ ਕੇ ਪਾਇਆ ਹੋਇਆ ਸੀ, ਜਿਸ ਤੋਂ ਪਤਾ ਲੱਗਿਆ ਕਿ ਕੇਂਦਰ ਸਰਕਾਰ ਦੇ ਤਿੰਨੇ ਕਾਲੇ ਕਾਨੂੰਨਾਂ ਤੋਂ ਤੰਗ ਆ ਕੇ ਉਹ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਵਿਅਕਤੀ ਦੇ ਭਰਾ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕਿਸਾਨਾਂ ਦੇ ਬਿੱਲ ਅਤੇ ਕਰਜ਼ ਮੁਆਫ ਕਰ ਦੇਵੇ ਅਤੇ ਇਹਨਾਂ ਤਿੰਨੇ ਕਾਲੇ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਨਾਲ ਮੋਢਾ ਜੋੜ ਕੇ ਅੱਗੇ ਲੱਗ ਕੇ ਚੱਲੇ। ਹੁਣ ਇਸੇ ਸੰਬੰਧੀ ਕਿਸਾਨ ਆਗੂ ਦਰਬਾਰਾ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ, ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਹਨਾਂ ਕਾਲੇ ਕਾਨੂੰਨਾਂ ਨੇ ਹਾਲੇ ਪਤਾ ਨਹੀਂ ਹੋਰ ਕਿੰਨੀਆਂ ਕੁ ਜਾਨਾਂ ਲੈ ਲੈਣੀਆਂ ਨੇ, ਸੋ ਕਿਰਪਾ ਕਰੇ ਸਰਕਾਰ ਇਹਨਾਂ ਕਾਨੂੰਨਾਂ ਨੂੰ ਵਾਪਸ ਲਵੇ। ਇਸੇ ਤਰ੍ਹਾਂ ਦੀ ਅਗਲੀ ਖਬਰ ਵੀ ਹੈ। ਪਿੰਡ ਬਡਰੁੱਖਾਂ, ਇਹ ਵੀ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ।
ਪਿੰਡ ਬਡਰੋਖਾਂ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਰਗਰਮ ਮੈਂਬਰ ਕਿਸਾਨ ਜੋਗਿੰਦਰ ਸਿੰਘ ਦੀ, ਜਿਨ੍ਹਾਂ ਦੀ ਉਮਰ 75 ਵਰ੍ਹੇ ਦੱਸੀ ਜਾ ਰਹੀ ਸੀ, ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਦਿੱਲੀ ਦੇ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਵਿੱਚ ਲਗਭਗ 35 ਦਿਨ ਰਹਿ ਕੇ ਵਾਪਸ ਪਰਤੇ ਸਨ ਅਤੇ ਲਗਾਤਾਰ ਜਿਹੜੇ ਰੋਸ ਧਰਨੇ ਸੰਗਰੂਰ ਦੇ ਆਲੇ ਦੁਆਲੇ ਚੱਲ ਰਹੇ ਨੇ ਉਹਨਾਂ ਵਿੱਚ ਵੀ ਪੁੱਜ ਰਹੇ ਸਨ। ਅੱਜ ਉਹਨਾਂ ਨੂੰ ਦਿਲ ਦਾ ਦੌਰਾ ਪਿਆ, ਜੋ ਕਿ ਜਾਨਲੇਵਾ ਸਾਬਤ ਹੋਇਆ ਹੈ। ਇਸੇ ਤਰ੍ਹਾਂ ਤੁਸੀਂ ਦੇਖੋ ਕਿ ਇੱਕ ਤੋਂ ਬਾਅਦ ਇੱਕ ਖਬਰ ਇਸੇ ਤਰ੍ਹਾਂ ਦੀ ਆ ਰਹੀ ਹੈ। ਅਗਲੀ ਖਬਰ ਵੀ ਕੁਝ ਇਸੇ ਤਰ੍ਹਾਂ ਦੀ ਖਬਰ ਹੈ। ਖਬਰ ਮਿਲ ਰਹੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਨਡਿਆਲੀ ਦਾ ਪੀਜੀਆਈ ਚੰਡੀਗੜ੍ਹ ਦੇ ਵਿੱਚ ਦੇਹਾਂਤ ਹੋਇਆ। ਜਸਵੰਤ ਸਿੰਘ ਨਡਿਆਲੀ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਸਨ। ਕਿਸਾਨ ਆਗੂ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਨਡਿਆਲੀ 153 ਦਿਨਾਂ ਤੋਂ ਅਜ਼ੀਜ਼ਪੁਰ ਟੋਲ ਪਲਾਜ਼ਾ ਤੇ ਕਿਸਾਨੀ ਸੰਘਰਸ਼ ਦੇ ਵਿੱਚ ਡਟੇ ਹੋਏ ਸੀ। ਬੀਤੇ ਦਿਨੀ ਉਹ ਸਵੇਰੇ 9 ਵਜੇ ਟੋਲ ਪਲਾਜ਼ਾ ਤੇ ਧਰਨੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਹੈ। ਉਹ ਕਹਿੰਦੇ ਕੁਝ ਸਮੇਂ ਤੋਂ ਬਾਅਦ ਉਹਨਾਂ ਦੀ ਸਿਹਤ ਖਰਾਬ ਹੋਈ। ਟੋਲ ਪਲਾਜ਼ਾ ਤੇ ਬੈਠੇ ਕਿਸਾਨ ਉਹਨਾਂ ਨੂੰ ਰਾਜਪੁਰਾ ਦੇ ਏਪੀ ਜੈਨ ਹਸਪਤਾਲ ਵਿੱਚ ਲੈ ਗਏ। ਡਾਕਟਰਾਂ ਨੇ ਚੰਡੀਗੜ੍ਹ ਦੇ ਸੈਕਟਰ 32 ਦੇ ਜਨਰਲ ਹਸਪਤਾਲ ਵਾਸਤੇ ਉਹਨਾਂ ਨੂੰ ਰੈਫਰ ਕਰ ਦਿੱਤਾ ਤੇ ਉਸ ਹਸਪਤਾਲ ਦੇ ਵਿੱਚ ਜਦੋਂ ਉਹ ਗਏ ਤਾਂ ਡਾਕਟਰਾਂ ਨੇ ਉਹਨਾਂ ਦੀ ਹਾਲਤ ਵੇਖੀ ਕਿ ਨਾਜ਼ੁਕ ਹੈ, ਉਹਨਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਤੇ ਪਰ ਅੱਜ ਉਹਨਾਂ ਦੀ ਸਵੇਰ ਵਕਤ ਚੰਡੀਗੜ੍ਹ ਪੀਜੀਆਈ ਦੇ ਵਿੱਚ ਮੌਤ ਹੋ ਗਈ ਹੈ। ਦੋਸਤੋ, ਹੁਣ ਤੱਕ ਜਿੰਨੀਆਂ ਵੀ ਜਾਨਾਂ ਇਸ ਕਿਸਾਨੀ ਸੰਘਰਸ਼ ਦੇ ਲੇਖੇ ਲੱਗੀਆਂ ਨੇ, ਸਾਰਿਆਂ ਨੂੰ ਅਸੀਂ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਵਿਛੜੀਆਂ ਰੂਹਾਂ ਨੂੰ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਿੱਛੇ ਰਹਿ ਗਏ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਸਰਕਾਰ ਨੂੰ ਸਮੱਤ ਦੇਣ ਕਿ ਇਹ ਕਾਨੂੰਨ ਕਿਸਾਨ ਚਾਹੁੰਦੇ ਨਹੀਂ। ਕਿਸਾਨ ਚਾਹੁੰਦੇ ਆ ਕਿ ਤਿੰਨੇ ਕਾਨੂੰਨ ਰੱਦ ਹੋਣ ਤੇ ਕਿਸਾਨਾਂ ਦੀ ਇਹ ਮੰਗ ਨੂੰ ਪ੍ਰਵਾਨ ਕਰਦੇ ਹੋਏ ਉਹਨਾਂ ਨੂੰ ਬਾਰਡਰਾਂ ਤੇ ਬੈਠਿਆਂ ਨੂੰ ਘਰੋਂ ਘਰੀ ਭੇਜਣ ਦਾ ਇੰਤਜ਼ਾਮ ਕਰਨ, ਉਹਨਾਂ ਦੀਆਂ ਮੰਗਾਂ ਮੰਨ ਲਈਆਂ ਜਾਣ। ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ ਤੇ ਕਮੈਂਟ ਜ਼ਰੂਰ ਕਰਿਓ। ਤੇ ਜੇਕਰ ਹਾਲੇ ਤੱਕ ਆਪਣਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਜ਼ਰੂਰ ਔਨ ਕਰ ਲੈਣੀ। ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਇੱਕ ਵਾਰੀ ਯਾਦ ਫਿਰ ਕਰਵਾ ਦਿਆਂ ਕਿ ਅੱਜ ਜਿਹੜਾ ਪ੍ਰੋਗਰਾਮ ਪੰਜਾਬ ਬੋਲਦਾ ਪ੍ਰਸਾਰਿਤ ਹੋਵੇਗਾ ਉਹ ਪੰਜਾਬ ਦੇ ਵਿੱਚ 8:30 ਵਜੇ ਦੀ ਬਜਾਏ 1 ਘੰਟਾ ਪਹਿਲਾਂ 7:30 ਵਜੇ, ਕਿਉਂਕਿ ਸਾਡੇ ਕੈਨੇਡਾ ਦੇ ਵਿੱਚ ਟਾਈਮ ਦੀ ਤਬਦੀਲੀ ਦੇ ਕਾਰਨ ਹੁਣ ਆਪਣਾ ਇਹ ਨਵਾਂ ਸਮਾਂ 7:30 ਵਜੇ ਹੀ ਪੰਜਾਬ ਬੋਲਦਾ ਪ੍ਰੋਗਰਾਮ ਦਾ ਹੋਇਆ ਕਰੇਗਾ। ਸੋ ਉਮੀਦ ਹੈ ਕਿ ਨੋਟ ਕਰੋਗੇ। ਸਮੇਂ ਦੀ ਸਮਾਪਤੀ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।